Hello students, in this video we are going to discuss system of units. In this video I will tell you different type of system of unit which we are using till now or still using. So first system of unit is FPS system. What is FPS system? In this system, foot as a unit of length, pound as a unit of mass and second as the unit of time. ਦੇਖੋ ਕੀ ਆ FPS ਸਿਸਟਮ। ਇਹਦੇ ਵਿੱਚ ਕੀ ਸੀ, ਆਪਾਂ 3 ਡਿਫਰੈਂਟ ਫਿਜ਼ੀਕਲ ਕੁਆਂਟਿਟੀ ਯੂਜ਼ ਕਰਦੇ ਸੀ। ਮਤਲਬ ਲੈਂਥ ਨੂੰ ਮੈਜ਼ਰ ਕਰਨਾ ਤਾਂ ਕਿਹਦੇ ਨਾਲ ਮੈਜ਼ਰ ਕਰਦੇ ਸੀ, ਠੀਕ ਆ। ਮਾਸ ਨੂੰ ਮੈਜ਼ਰ ਕਰਨਾ ਸੀ, ਕਿਹਦੇ ਨਾਲ ਮੈਜ਼ਰ ਕਰਦੇ ਸੀ। ਟਾਈਮ ਨੂੰ ਮੈਜ਼ਰ ਕਰਦੇ ਸੀ, ਕਿਹਦੇ ਨਾਲ ਕਰਦੇ ਸੀ। ਹੁਣ ਜਿਹੜਾ FPS ਸਿਸਟਮ ਆ ਉਸ ਦੇ ਵਿੱਚ ਕੀ ਸੀਗਾ, ਐਫ ਜਿਹੜਾ ਵਾ ਇੱਥੇ ਫੁੱਟ ਆ, ਪੀ ਦਾ ਮਤਲਬ ਪਾਊਂਡ ਆ, ਐਸ ਸਟੈਂਡ ਫੋਰ ਸੈਕਿੰਡ। ਜਿਹੜੀ ਲੈਂਥ ਸੀ ਉਹਨੂੰ ਸੈਕਿੰਡ ਦੇ ਵਿੱਚ ਮੈਜ਼ਰ ਲੈਂਥ ਨੂੰ ਮੈਜ਼ਰ ਕਰਦੇ ਸੀਗੇ ਫੁੱਟ ਦੇ ਵਿੱਚ, ਮਾਸ ਨੂੰ ਮੈਜ਼ਰ ਕਰਦੇ ਸੀ ਪਾਊਂਡ ਦੇ ਵਿੱਚ, ਅਤੇ ਜਿਹੜਾ ਟਾਈਮ ਸੀ ਉਹਨੂੰ ਆਪਾਂ ਸੈਕਿੰਡ ਦੇ ਵਿੱਚ ਮੈਜ਼ਰ ਕਰਦੇ ਸੀ। ਮਤਲਬ ਇਹ FPS ਸਿਸਟਮ ਸੀਗੇ। ਮਤਲਬ ਇਹ ਲੈਂਥ, ਮਾਸ ਅਤੇ ਟਾਈਮ ਦੇ ਲਈ ਆਪਾਂ ਡਿਫਰੈਂਟ ਯੂਨਿਟ ਜਿਹੜੇ ਯੂਜ਼ ਕਰਦੇ ਸੀ ਉਹ ਸੀ ਫੁੱਟ, ਪਾਊਂਡ ਅਤੇ ਸੈਕਿੰਡ। ਸੈਕਿੰਡ ਸਿਸਟਮ ਆਪਣੇ ਕੋਲ CGS ਸਿਸਟਮ। ਹੁਣ ਇਹਦੇ ਵਿੱਚ ਦੇਖੋ ਕੀ ਆ, ਜਿਹੜੀ ਲੈਂਥ ਸੀ, ਲੈਂਥ ਨੂੰ ਆਪਾਂ ਸੈਂਟੀਮੀਟਰ ਦੇ ਵਿੱਚ ਮੈਜ਼ਰ ਕਰਦੇ ਹਾਂ ਇਸ ਸਿਸਟਮ ਦੇ ਵਿੱਚ। C ਦਾ ਮਤਲਬ ਸੈਂਟੀਮੀਟਰ, ਮਾਸ ਨੂੰ ਗ੍ਰਾਮ ਦੇ ਵਿੱਚ, G ਦਾ ਮਤਲਬ ਗ੍ਰਾਮ, ਟਾਈਮ ਨੂੰ ਉਸੇ ਤਰ੍ਹਾਂ ਸੈਕਿੰਡ ਦੇ ਵਿੱਚ ਹੀ ਮੈਜ਼ਰ ਕਰਦੇ ਸੀ। ਮਤਲਬ CGS ਯੂਨਿਟ ਦੇ ਵਿੱਚ ਆਪਾਂ ਕੀ ਕਰਦੇ ਸੀਗੇ, ਲੈਂਥ ਨੂੰ ਸੈਂਟੀਮੀਟਰ 'ਚ ਮੈਜ਼ਰ ਕਰਦੇ ਸੀ, ਮਾਸ ਨੂੰ ਗ੍ਰਾਮ ਦੇ ਵਿੱਚ, ਟਾਈਮ ਨੂੰ ਸੈਕਿੰਡ ਦੇ ਵਿੱਚ। ਥਰਡ ਸਿਸਟਮ ਆਪਣੇ ਕੋਲ MKS ਸਿਸਟਮ। ਹੁਣ MKS ਸਿਸਟਮ ਦੇ ਵਿੱਚ ਕੀ ਸੀਗਾ, ਜਿਹੜੀ ਲੈਂਥ ਸੀ ਉਹਨੂੰ ਮੀਟਰ ਦੇ ਵਿੱਚ ਮੈਜ਼ਰ ਕਰਨ ਲੱਗ ਗਏ, M ਦਾ ਮਤਲਬ ਮੀਟਰ। ਮਾਸ ਸੀ, ਮਾਸ ਨੂੰ ਕਿਲੋਗ੍ਰਾਮ ਦੇ ਵਿੱਚ, ਟਾਈਮ ਨੂੰ ਉਸੇ ਤਰ੍ਹਾਂ ਸੈਕਿੰਡ ਦੇ ਵਿੱਚ। ਮਤਲਬ ਇਹਦੇ ਵਿੱਚ ਆਪਾਂ ਲੈਂਥ ਨੂੰ ਮੀਟਰ ਦੇ ਵਿੱਚ, ਮਾਸ ਨੂੰ ਕਿਲੋਗ੍ਰਾਮ ਦੇ ਵਿੱਚ ਅਤੇ ਟਾਈਮ ਨੂੰ ਉਸੇ ਤਰ੍ਹਾਂ ਸੈਕਿੰਡ ਦੇ ਵਿੱਚ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਫੋਰਥ ਸਿਸਟਮ। ਫੋਰਥ ਸਿਸਟਮ ਆਪਣੇ ਕੋਲ ਕੀ ਆ, ਸਿਸਟਮ ਆਫ ਯੂਨਿਟ ਦਾ ਇੰਟਰਨੈਸ਼ਨਲ ਸਿਸਟਮ ਆਫ ਯੂਨਿਟਸ। ਇਸ ਨੂੰ ਆਪਾਂ SI ਸਿਸਟਮ ਆਫ ਯੂਨਿਟ ਵੀ ਕਹਿ ਦਿੰਦੇ ਹਾਂ। ਹੁਣ ਇਸ ਸਿਸਟਮ ਦੇ ਵਿੱਚ ਕੀ ਆ, ਇੰਟਰਨੈਸ਼ਨਲ ਸਿਸਟਮ ਆਫ ਯੂਨਿਟ ਆ ਇਹ। ਇਹਦੇ ਵਿੱਚ 7 ਫਿਜ਼ੀਕਲ ਯੂਨਿਟ ਸੀਗੇ ਆਪਣੇ ਕੋਲ, ਫੰਡਾਮੈਂਟਲ ਯੂਨਿਟ ਸੀਗੇ, ਅਤੇ 2 ਯੂਨਿਟ ਆ ਜਿਹੜੇ ਉਹਨੂੰ ਡਿਵਾਈਡ ਕਰਤਾ ਸਪਲੀਮੈਂਟਰੀ ਯੂਨਿਟਸ। ਹੁਣ ਇਹ ਕੀ ਆ, ਇਹਨਾਂ ਦੇ ਲਈ ਆਪਾਂ ਇੱਕ ਟੇਬਲ ਤਿਆਰ ਕਰਨਾ ਵਾ। ਉਹਨਾਂ ਦੇ ਪਹਿਲਾਂ ਆਪਾਂ ਫਿਜ਼ੀਕਲ ਕੁਆਂਟਿਟੀ ਲਿਖਾਂਗੇ। ਫਿਜ਼ੀਕਲ ਕੁਆਂਟਿਟੀ ਜਿਵੇਂ ਸੀ ਲੈਂਥ, ਮਾਸ ਅਤੇ ਟਾਈਮ। ਇਹਦੇ ਵਿੱਚ 7 ਫਿਜ਼ੀਕਲ ਕੁਆਂਟਿਟੀ ਆਉਣਗੀਆਂ ਫੰਡਾਮੈਂਟਲ, ਅਤੇ 2 ਕੀ ਹੋਣਗੀਆਂ ਸਪਲੀਮੈਂਟਰੀ ਫਿਜ਼ੀਕਲ ਕੁਆਂਟਿਟੀਜ਼। ਆਪਾਂ ਉਹਨਾਂ ਦੇ ਯੂਨਿਟ ਦੱਸਾਂਗੇ ਕੀ ਹੁੰਦੇ ਅਤੇ ਨਾਲ ਦੀ ਨਾਲ ਉਹਨਾਂ ਦੇ ਸਿੰਬਲ। ਫਸਟ 3 ਕਿਉਂਕਿ ਇਹ SI ਸਿਸਟਮ ਆ ਜਿਹੜੀ MKS ਸਿਸਟਮ ਦੀ ਮੋਡੀਫਾਈ ਫੋਰਮ ਆ, ਇਸ ਨੂੰ ਹੀ ਮੋਡੀਫਾਈ ਕੀਤਾ ਹੋਇਆ। ਮਤਲਬ ਕਿ ਪਹਿਲੇ 3 ਤਾਂ ਉਹੀ ਰਹਿਣਗੇ। ਕਿਹੜੇ ਕਿਹੜੇ ਦੇਖੋ, ਪਹਿਲਾ ਸੀ ਲੈਂਥ, ਪਹਿਲੀ ਫਿਜ਼ੀਕਲ ਕੁਆਂਟਿਟੀ, ਦੂਸਰੀ ਮਾਸ, ਥਰਡ ਇਹਦੇ 'ਚ ਆ ਜਾਊ ਟਾਈਮ। ਇਹ 3 ਤਾਂ ਉਹੀ ਰਹਿਣਗੀਆਂ। ਇਹਨਾਂ ਦੇ ਆਪਾਂ ਨੂੰ ਯੂਨਿਟ ਵੀ ਪਤਾ। ਲੈਂਥ ਨੂੰ MKS ਦੇ ਵਿੱਚ ਆਪਾਂ ਮੈਜ਼ਰ ਕੀਤਾ ਸੀਗਾ ਮੀਟਰ ਦੇ ਵਿੱਚ, ਮਾਸ ਨੂੰ ਕਿਲੋਗ੍ਰਾਮ ਦੇ ਵਿੱਚ, ਅਤੇ ਟਾਈਮ ਨੂੰ ਆਪਾਂ ਮੈਜ਼ਰ ਕੀਤਾ ਸੀ ਸੈਕਿੰਡ ਦੇ ਵਿੱਚ। ਮੀਟਰ ਦਾ ਸਿੰਬਲ ਸਮਾਲ m, ਕਿਲੋਗ੍ਰਾਮ ਦਾ kg, ਸੈਕਿੰਡ ਦਾ s। ਹੁਣ ਬਾਕੀ 4 ਫਿਜ਼ੀਕਲ ਫੰਡਾਮੈਂਟਲ ਕੁਆਂਟੀਟੀਜ਼ ਕਿਹੜੀਆਂ ਵਾ, ਉਹ ਫੋਰਥ ਕੁਆਂਟਿਟੀ ਇਲੈਕਟ੍ਰਿਕ ਕਰੰਟ, ਇਸ ਦੇ ਜਿਹੜੇ ਯੂਨਿਟ ਆ ਐਂਪੀਅਰ ਹੁੰਦੇ ਆ। ਇਹਦਾ ਜਿਹੜਾ ਸਿੰਬਲ ਆ ਕੈਪੀਟਲ A ਆ। ਫਿਰ 5th ਆਪਣੇ ਕੋਲ ਆ ਜਾਂਦੀ ਆ ਲਿਊਮੀਨਸ ਇੰਟੈਂਸਿਟੀ। ਲਿਊਮੀਨਸ ਇੰਟੈਂਸਿਟੀ ਦੇ ਜਿਹੜੇ ਯੂਨਿਟ ਸੀ ਉਹ ਸੀ ਕੈਂਡੀਲਾ, ਸਮਾਲ cd। 6th ਆਪਣੇ ਕੋਲ ਆ ਕੁਆਂਟਿਟੀ ਆਫ ਮੈਟਰ।
ਕੁਆਂਟਿਟੀ ਆਫ ਮੈਟਰ ਦੇ ਜਿਹੜੇ ਯੂਨਿਟ ਸੀ ਮੋਲ MOLE, ਇਹਦਾ ਸਿੰਬਲ MOL। ਅਤੇ ਲਾਸਟ ਜਿਹੜਾ ਸੀ ਆਪਣੇ ਕੋਲ ਟੈਂਪਰੇਚਰ, ਟੈਂਪਰੇਚਰ ਨੂੰ ਆਪਾਂ ਮੈਜ਼ਰ ਕਰਦੇ ਸੀ ਕੈਲਵਿਨ ਦੇ ਵਿੱਚ। ਕੈਲਵਿਨ ਇਹਦੇ ਫੰਡਾਮੈਂਟਲ ਯੂਨਿਟ ਆ, ਕੈਪੀਟਲ K ਦਾ ਸਿੰਬਲ ਆ। ਇਹ ਸੀ 7 ਫੰਡਾਮੈਂਟਲ ਕੁਆਂਟੀਟੀਜ਼ ਅਤੇ ਉਹਨਾਂ ਦੇ ਯੂਨਿਟ ਅਤੇ ਉਹਨਾਂ ਦੇ ਸਿੰਬਲ। ਬਾਕੀ ਜਿਹੜੀਆਂ 2 ਸਪਲੀਮੈਂਟਰੀ ਯੂਨਿਟ ਸੀਗੇ, ਉਹ 2 ਸਪਲੀਮੈਂਟਰੀ ਯੂਨਿਟਸ ਕੀ ਆ? ਫਸਟ ਹੈਗਾ ਆਪਣੇ ਕੋਲ ਪਲੇਨ ਐਂਗਲ, ਸੈਕਿੰਡ ਆ ਜਿਹੜਾ ਉਹ ਹੈਗਾ ਆਪਣੇ ਕੋਲ ਸੋਲਿਡ ਐਂਗਲ। ਪਲੇਨ ਐਂਗਲ ਦੇ ਜਿਹੜੇ ਯੂਨਿਟ ਆ ਉਹ ਰੇਡੀਅਨ, ਇਹਦਾ ਸਿੰਬਲ RAD, ਠੀਕ ਆ, ਸਮੋਲ r ਜਾਂ ਕੈਪੀਟਲ। ਅਤੇ ਸੋਲਿਡ ਐਂਗਲ ਦੇ ਜਿਹੜੇ ਯੂਨਿਟਸ ਨੇ ਯੂਨਿਟ ਆ ਉਹ ਆ ਸਟੀਰੇਡੀਅਨ, SR ਦੇ ਨਾਲ ਡਿਨੋਟ ਕਰ। ਇਹ ਸੀਗੇ ਆਪਣੇ ਕੋਲ SI ਯੂਨਿਟਸ, ਜਿਨ੍ਹਾਂ ਨੂੰ ਆਪਾਂ ਡਿਵਾਈਡ ਕੀਤਾ ਵਾ 7 ਫੰਡਾਮੈਂਟਲ ਯੂਨਿਟਸ ਦੇ ਵਿੱਚ ਅਤੇ 2 ਸਪਲੀਮੈਂਟਰੀ ਯੂਨਿਟਸ ਦੇ ਵਿੱਚ। ਹੁਣ ਆਪਾਂ ਡਿਫਾਈਨ ਕਰਨਾ ਵਾ ਰੇਡੀਅਨ ਅਤੇ ਸਟੀਰੇਡੀਅਨ ਨੂੰ। ਰੇਡੀਅਨ ਕਿਹਦੇ ਯੂਨਿਟ ਸੀ? ਪਲੇਨ ਐਂਗਲ ਦੇ। ਪਹਿਲਾਂ ਆਪਾਂ ਦੇਖਦੇ ਹਾਂ ਕਿ ਹੁੰਦਾ ਕੀ ਆ, ਫਿਰ ਬਾਅਦ 'ਚ ਇਹਨੂੰ ਸਮਝਦੇ ਹਾਂ। 1 radian is the angle subtended at the center of the circle by an arc whose length is equal to radius of the circle। ਦੇਖੋ ਕੀ ਹੈ ਕਿ ਇਸ ਡੈਫੀਨੇਸ਼ਨ ਦੇ ਵਿੱਚ ਕਿ 1 radian ਕਦੋਂ ਹੋਊਗਾ ਐਂਗਲ, ਠੀਕ ਆ। 1 ਐਂਗਲ ਦੇਖੋ ਕਦੋਂ ਹੋਊਗਾ, ਕਹਿੰਦਾ 1 ਐਂਗਲ ਰੇਡੀਅਨ ਉਹ ਐਂਗਲ ਆ ਜਿਹੜਾ ਸਰਕਲ ਦੇ ਸੈਂਟਰ 'ਤੇ ਬਣਦਾ। ਅਤੇ ਬਣਾਉਂਦਾ ਕੌਣ ਆ? ਕੌਣ ਬਣਾਉਂਦਾ? ਦੇਖੋ ਐਨ ਆਰਕ, ਇੱਕ ਆਰਕ ਬਣਾਉਂਦੀ ਆ, ਉਸ ਆਰਕ ਦੀ ਲੈਂਥ ਇਕੁਅਲ ਹੋਣੀ ਚਾਹੀਦੀ ਹੈ ਕਿਹਦੇ? ਸਰਕਲ ਦੇ ਰੇਡੀਅਸ ਦੇ ਇਕੁਅਲ, ਠੀਕ ਆ। ਜਿਵੇਂ ਆ ਮੈਂ ਸਰਕਲ ਬਣਾਇਆ ਹੋਇਆ, ਠੀਕ ਆ। ਸਰਕਲ ਸਪੋਜ਼ ਕਰ ਲਓ ਆਪਣੇ ਕੋਲ ਰੇਡੀਅਸ ਜਿੰਨਾ ਵੀ ਆ, ਆਪਾਂ ਇਸ ਰੇਡੀਅਸ ਦੇ ਇਕੁਅਲ ਕੀ ਕੀਤਾ? ਇਸ ਰੇਡੀਅਸ ਦੇ ਇਕੁਅਲ ਆ ਜਿਹੜੀ ਆਰਕ ਆ, ਜੇ ਆਹ ਵਾਲੀ ਆਰਕ ਦੀ ਲੈਂਥ ਆ ਜਿਹੜੀ ਸਾਈਡ 'ਤੇ ਆਰਕ ਲੱਗੀ ਹੋਈ ਆ, ਇਸ ਆਰਕ ਦੀ ਲੈਂਥ ਆ ਜਿਹੜੀ, ਸਪੋਜ਼ ਕਰ ਲਓ ਆਪਣੇ ਕੋਲ ਆਹ ਵਾਲੀ ਆਰਕ ਦੀ ਗੱਲ ਕਰਦਾ ਪਿਆ ਮੈਂ, ਇਹ ਸਾਰੀ ਆਰਕ ਆ। ਜੇ ਇਸ ਆਰਕ ਦੀ ਲੈਂਥ AB ਆਰਕ ਦੀ ਲੈਂਥ ਇਕੁਅਲ ਹੋ ਜੇ ਇਸ ਰੇਡੀਅਸ ਦੇ, ਸਪੋਜ਼ ਕਰ ਲਓ ਇਹ ਵੀ 2 ਸੈਂਟੀਮੀਟਰ ਆ, ਇਹ ਆਰਕ ਵੀ ਕਿੰਨੀ ਹੋ ਜੇ? 2 ਸੈਂਟੀਮੀਟਰ ਆ। ਫਿਰ ਜਿਹੜਾ ਇਹਦੇ ਸੈਂਟਰ 'ਤੇ ਐਂਗਲ ਬਣਨਾ, ਦੇਖੋ ਕਿਵੇਂ? ਰੇਡੀਅਸ ਤਾਂ ਸੇਮ ਹੀ ਹੋਊਗਾ। ਆਹ ਵਾਲਾ ਜਿਹੜਾ ਐਂਗਲ ਬਣੂਗਾ, ਇਹ ਐਂਗਲ ਕਿੰਨਾ ਹੋਊਗਾ? 1 radian। ਕਦੋਂ ਇਕੁਅਲ? ਕਿਉਂਕਿ ਆਪਣੇ ਕੋਲ ਆਪਾਂ ਕੀ ਕਿਹਾ? 1 radian ਇਕੁਅਲ ਹੋਊਗਾ ਲੈਂਥ ਆਫ ਆਰਕ ਓਵਰ ਰੇਡੀਅਸ। ਕਦੋਂ ਇਕੁਅਲ ਹੋਊਗਾ? ਪਲੇਨ ਐਂਗਲ ਆ ਜਿਹੜਾ, ਪਲੇਨ ਐਂਗਲ 1 radian ਕਦੋਂ ਹੋਊਗਾ? ਜਦੋਂ ਆਪਣੇ ਕੋਲ ਲੈਂਥ ਆਫ ਆਰਕ AB ਇਕੁਅਲ ਹੋਊਗੀ ਕਿਹਦੇ? ਰੇਡੀਅਸ ਆਫ ਸਰਕਲ ਦੀ। ਮਤਲਬ ਜਦੋਂ ਆਹ ਵਾਲੀ ਆਰਕ ਦੀ ਲੈਂਥ ਅਤੇ ਆਹ ਵਾਲਾ ਜਿਹੜਾ ਰੇਡੀਅਸ ਆ, ਉਹ ਦੋਵਾਂ ਦੀ ਲੈਂਥ ਸੇਮ ਹੋ ਜੂਗੀ, ਉਸ ਟਾਈਮ ਦੇ ਵਿੱਚ ਜਿਹੜਾ ਸਰਕਲ ਦੇ ਸੈਂਟਰ 'ਤੇ ਐਂਗਲ ਬਣਦਾ ਪਿਆ, ਉਸ ਐਂਗਲ ਨੂੰ ਆਪਾਂ ਕੀ ਕਵਾਂਗੇ? 1 radian। ਪਤਾ ਲੱਗ ਗਿਆ ਕਿ ਜਦੋਂ ਕੋਈ ਵੀ ਆਰਕ ਜਿਹਦੀ ਲੈਂਥ ਕਿਹਦੇ ਬਰਾਬਰ ਹੋਵੇ? ਰੇਡੀਅਸ ਦੇ ਬਰਾਬਰ ਹੋਵੇ, ਉਹ ਸਰਕਲ ਦੇ ਸੈਂਟਰ 'ਤੇ ਜਿੰਨਾ ਵੀ ਐਂਗਲ ਫੋਰਮ ਕਰੂਗੀ ਉਹਨੂੰ ਆਪਾਂ ਕੀ ਕਵਾਂਗੇ? 1 radian। ਨੈਕਸਟ ਡੈਫੀਨੇਸ਼ਨ ਆਪਣੇ ਕੋਲ 1 ਸਟੀਰੇਡੀਅਨ। 1 ਸਟੀਰੇਡੀਅਨ ਕਿਹਦੇ ਐਂਗਲ ਆ? ਸੋਲਿਡ ਐਂਗਲ, ਠੀਕ ਹੈ। ਇਹਨੂੰ ਆਪਾਂ ਸੋਲਿਡ ਐਂਗਲ ਕਹਿ ਦਿੰਦੇ ਹਾਂ, ਠੀਕ ਹੈ। ਉਹਦੇ ਯੂਨਿਟ ਆ ਇਹ। ਹੁਣ ਦੇਖੋ ਕੀ ਹੁੰਦਾ ਵਾ 1 ਸਟੀਰੇਡੀਅਨ। ਸੋਲਿਡ ਐਂਗਲ ਦੇਖੋ ਇਹਨੂੰ ਕਿਉਂ ਕਿਹਾ? ਜਿਵੇਂ ਇਹ ਤਾਂ ਸਿੰਪਲ ਸਰਕਲ ਆਪਾਂ ਡਰੋ ਕੀਤਾ, 2 ਡਾਇਮੈਂਸ਼ਨ ਆ। 3 ਡਾਇਮੈਂਸ਼ਨ ਜਿਵੇਂ ਫੁੱਟਬਾਲ ਹੋ ਗਈ, ਕੋਈ ਬਾਲ ਹੋ ਗਈ, ਉਹਦੀ ਗੱਲ ਕਰਦੇ ਪਏ ਆਪਾਂ। ਉਹਦੇ ਸੈਂਟਰ 'ਤੇ ਜਿਹੜਾ ਐਂਗਲ ਬਣੂਗਾ ਉਸ ਨੂੰ ਆਪਾਂ ਸਟੀਰੇਡੀਅਨ ਕਹਿੰਦੇ ਹਾਂ, ਠੀਕ ਆ। ਉਹ ਸਟੀਰੇਡੀਅਨ ਕਦੋਂ ਹੋਊਗਾ? ਦੇਖੋ
angle subtended at the center of sphere by the surface of the sphere which is equal to square of the radius of a sphere। ਹੁਣ ਦੇਖੋ ਕਿਵੇਂ ਆਪਾਂ ਸਫੀਅਰ ਦੇ ਉੱਤੋਂ, ਠੀਕ ਆ, ਉੱਪਰਲੀ ਸਾਈਡ ਤੋਂ ਕੁਛ ਹਿੱਸਾ ਕੱਟ ਲਿਆ, ਠੀਕ ਆ, ਕੁਛ ਹਿੱਸਾ ਕੱਟ ਲਿਆ। ਹੁਣ ਕੀ ਹੋਊਗਾ, ਉਹਦਾ ਜਿਹੜਾ ਏਰੀਆ ਵਾ, ਜੇ ਉਹ ਏਰੀਆ ਜਿਹੜਾ ਉਹਦਾ ਰੇਡੀਅਸ ਆ ਉਸ ਰੇਡੀਅਸ ਦੇ ਸਕੇਅਰ ਦੇ ਬਰਾਬਰ ਹੋ ਜੇ, ਉਸ ਨੂੰ ਆਪਾਂ ਕੀ ਕਵਾਂਗੇ, ਸੋਲਿਡ ਐਂਗਲ। ਦੇਖੋ ਕੀ ਆ ਫਾਰਮੂਲਾ ਇਹਦਾ, ਸੋਲਿਡ ਐਂਗਲ ਜਿਹੜਾ ਹੁੰਦਾ ਇਕੁਅਲ ਹੋਊਗਾ ਏਰੀਆ ਕੱਟ ਫਰੋਮ ਸਫੀਅਰ ਡਿਵਾਈਡ ਬਾਏ ਰੇਡੀਅਸ ਦਾ ਸਕੇਅਰ। ਇਹ ਸੋਲਿਡ ਐਂਗਲ ਦਾ ਫਾਰਮੂਲਾ। ਮਤਲਬ ਇਹ 1 ਸਟੀਰੇਡੀਅਨ ਕਦੋਂ ਹੋਊਗਾ ਕਿ ਜਦੋਂ ਆਪਾਂ ਆ ਜਿਹੜਾ ਏਰੀਆ ਉੱਪਰੋਂ ਕੱਟ ਕੀਤਾ ਵਾ ਉਹ ਏਰੀਆ ਕਿਹਦੇ ਬਰਾਬਰ ਹੋ ਜੇ, ਜਿੰਨਾ ਵੀ ਇਹਦਾ ਰੇਡੀਅਸ ਆ ਜਿੰਨਾ ਮਰਜ਼ੀ ਹੋਵੇ ਉਹਦੇ ਸਕੇਅਰ ਦੇ ਬਰਾਬਰ ਹੋ ਜੇ। ਮਤਲਬ ਆ ਦੋਵੇਂ ਇਕੁਅਲ ਹੋ ਜਾਣਗੇ। ਉਸ ਟਾਈਮ ਜਿਹੜਾ ਆਪਣੇ ਕੋਲ ਸੋਲਿਡ ਦੇ ਆ ਸੈਂਟਰ ਦੇ ਉੱਤੇ ਐਂਗਲ ਬਣੂਗਾ ਉਹ ਕੀ ਹੋਊਗਾ, ਆਪਣੇ ਕੋਲ 1 ਸਟੀਰੇਡੀਅਨ। ਠੀਕ ਆ, ਆਹ ਸੋਲਿਡ ਐਂਗਲ ਦਾ ਸਿੰਬਲ ਆ। ਹੁਣ ਆਪਾਂ ਇਸ ਡਾਇਗਰਾਮ ਨੂੰ ਐਕਸਪੈਰੀਮੈਂਟ ਦੇ ਥਰੂ, ਪ੍ਰੈਕਟੀਕਲ ਦੇ ਥਰੂ ਸਮਝਦੇ ਹਾਂ ਕਿ ਕਿਸ ਤਰ੍ਹਾਂ ਦੀ ਸ਼ੇਪ ਹੋਊਗੀ ਸੋਲਿਡ ਐਂਗਲ ਦੀ। ਆਹ ਦੇਖੋ ਜਿਹੜੀ ਮੈਂ ਫਿਗਰ ਡਰਾ ਕੀਤੀ ਆ ਉਹ ਇਸ ਤਰ੍ਹਾਂ ਦੀ ਆ, ਇੱਕ ਕੋਨ ਦੀ ਤਰ੍ਹਾਂ। ਆਪਾਂ ਕੀ ਕੀਤਾ, ਕਿਸੇ ਸੋਲਿਡ ਦੇ ਵਿੱਚੋਂ ਇਸ ਕੋਨ ਟਾਈਪ ਦੇ, ਠੀਕ ਹੈ, ਕੋਨ ਦੀ ਤਰ੍ਹਾਂ ਆਪਾਂ ਉਹ ਸੋਲਿਡ ਦੇ ਵਿੱਚੋਂ ਉਹਨੂੰ ਕੱਟ ਕਰ ਲਿਆ। ਹੁਣ ਕੀ ਕਰਨਾ ਵਾ, ਆਪਾਂ ਕੀ ਕਰਨਾ ਵਾ, ਆਹ ਵਾਲਾ ਜਿਹੜਾ ਇਹਦਾ ਉੱਪਰਲਾ ਏਰੀਆ ਵਾ, ਉੱਪਰ ਵਾਲਾ ਏਰੀਆ, ਜੇ ਇਸ ਏਰੀਏ ਜੇ ਆਹ ਵਾਲਾ ਏਰੀਆ ਇਸ ਰੇਡੀਅਸ ਦੇ ਸਕੇਅਰ ਦੇ ਇਕੁਅਲ ਹੋ ਜੇ, ਠੀਕ ਹੈ, ਜਿੱਥੋਂ ਆਪਾਂ ਇਹਨੂੰ ਕੱਟ ਕੀਤਾ ਸੋਲਿਡ ਦੇ ਵਿੱਚੋਂ, ਇਹ ਸਾਰਾ ਰੇਡੀਅਸ ਆ ਉਹਦਾ, ਆਪਾਂ ਕਿਸੇ ਸੋਲਿਡ ਦੇ ਵਿੱਚ ਇਹਨੂੰ ਕੋਨ ਦੀ ਸ਼ੇਪ ਦੇ ਵਿੱਚ ਕੱਟ ਕੀਤਾ, ਜੇ ਇਸ ਰੇਡੀਅਸ ਦਾ ਸਕੇਅਰ ਇਕੁਅਲ ਹੋ ਜੇ ਕਿਹਦੇ, ਇਸ ਏਰੀਏ ਦੇ, ਠੀਕ ਆ, ਜਿਹੜਾ ਵੀ ਆਪਾਂ ਇਸ ਕੋਨ ਦੇ ਵਿੱਚੋਂ ਆਹ ਵਾਲਾ ਏਰੀਆ ਕੱਟ ਕਰਨਾ, ਜੇ ਆਹ ਵਾਲਾ ਏਰੀਆ ਇਕੁਅਲ ਹੋ ਜੇ ਰੇਡੀਅਸ ਦੇ ਸਕੇਅਰ ਦੇ, ਫਿਰ ਆਪਾਂ ਕੀ ਕਵਾਂਗੇ, ਜਿਹੜਾ ਇਸ ਕੋਨ ਦੇ ਲਾਸਟ ਦੇ ਵਿੱਚ ਐਂਗਲ ਬਣਦਾ ਪਿਆ, ਠੀਕ ਆ, ਕੋਨ ਦੇ ਲਾਸਟ 'ਚ ਇਸ ਪੁਆਇੰਟ 'ਤੇ ਜਿਹੜਾ ਐਂਗਲ ਬਣੂਗਾ ਉਸ ਨੂੰ ਆਪਾਂ ਕਿੰਨਾ ਕਵਾਂਗੇ, 1 ਸਟੀਰੇਡੀਅਨ। ਕਦੋਂ, ਜਦੋਂ ਆਪਾਂ ਜਿਹੜਾ ਆਹ ਵਾਲਾ ਏਰੀਆ ਕੱਟ ਕੀਤਾ ਵਾ ਉਹ ਏਰੀਆ ਇਕੁਅਲ ਹੋ ਜਾਊਗਾ ਕਿਹਦੇ, ਰੇਡੀਅਸ ਦੇ ਸਕੇਅਰ ਦੇ। ਫਿਰ ਇਹਦੇ ਲਾਸਟ ਦੇ ਵਿੱਚ ਜਿਹੜਾ ਐਂਗਲ ਬਣੂਗਾ ਉਹ ਕਿੰਨਾ ਹੋਊਗਾ, 1 ਸਟੀਰੇਡੀਅਨ। ਥੈਂਕਸ।